ਕਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਕਰੀਏ ਗੁਰ ਵਿਚਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ। ਸਵਸਤ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ। ਕਵਣ ਸਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ। ਕਵਣ ਸਿਰ ਉਤੇ ਮਹਾ ਕਵਣ ਜਿਤ ਹੋਵਾ ਆਕਾਰ। ਵੇਲ ਨ ਪਾਈਆ ਪੰਡਤੇ ਜੇ ਹੋਵੈ ਲੇਖ ਪੁਰਾਣ। ਵਗਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਨਾ ਕੋਏ। ਜਾਂ ਕਰਤਾ ਸਿਰਟੀ ਕੋ ਸਾਜੇ ਆਪੇ ਜਾਣੈ ਸੋਏ। ਕਿਵ ਕਰ ਆਖਾਂ ਕਿਵ ਸਾਲਾਈ ਕਿਉ ਵਰਨੇ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ ਇਕ ਦੋ ਇਕ ਸਿਆਣਾ। ਨਾਨਕ ਆਖਣ ਸਭ ਕੋ ਆਖੈ ਇਕ ਦੋ ਇਕ ਸਿਆਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਹਮ ਸਰ ਦੀਨ ਦਇਆਲ ਨਾ ਤੁਮ ਸਰ। ਅਬ ਪਤਿਆਰ ਕਿਆ ਕੀਜੈ ਬਚਨੀ ਤੋਰ। ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਣੇ। ਕਾਰਨ ਕਵਨ ਅਬੋਲ ਬਹੁਤ ਜਨਮ ਵਿਛੜੇ ਥੇ ਮਾਧੋ। ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਭਇਓ ਦਰਸ਼ਨ ਦੇਖੇ। ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਪਰਮ ਸਨਮਾਨਯੋਗ ਚੌਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਸਰਬਰੇ ਕਾਇਨਾਤ ਦੀ ਚਾਦਰ। ਰਹਿਮ ਦੇ ਮੁਜਸਮੇ ਗਰੀਬ ਨਿਵਾਜ਼ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ
ਸੁਭਾਏਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ। ਅੰਮ੍ਰਿਤ ਬਾਣੀ ਦੀ ਪਾਵਨ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਹਿਬ ਜੀ ਦੇ ਮੁਕੱਦਸ ਕਦਮਾਂ ਵਿੱਚ ਸਤਿਕਾਰ ਸਹਿਤ ਸਮੂਹ ਸੰਗਤ ਨਿਵਾਵੋ ਸੀਸ। ਅਦਬ ਸਹਿਤ ਆਖੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਜਪਜੀ ਸਾਹਿਬ ਜੀ ਦੀ 21ਵੀਂ ਪੌੜੀ ਵਿੱਚ ਅੱਜ ਜਿਨ੍ਹਾਂ ਸ਼ਬਦਾਂ ਨਾਲ ਸਾਰੀ ਸ੍ਰਿਸ਼ਟੀ ਨੂੰ ਨਿਵਾਜਿਆ ਹੈ, ਔਰ ਇਹ ਮਨ ਹੀ ਮਨ ਅਰਦਾਸ ਕਰੀਏ, ਜਿਨ੍ਹਾਂ ਬਚਨਾਂ ਨਾਲ ਹਜ਼ੂਰ ਸ੍ਰਿਸ਼ਟੀ ਨੂੰ ਨਿਵਾਜਣਾ ਚਾਹੁੰਦੇ ਨੇ, ਅਸੀਂ ਉਹਨਾਂ ਬਚਨਾਂ ਨੂੰ ਪ੍ਰਵਾਨ ਸਕੀਏ, ਕਬੂਲ ਕਰ ਸਕੀਏ ਔਰ ਜੀਵਨ ਦਾ ਆਧਾਰ ਬਣਾ ਸਕੀਏ। ਬਚਨ ਹਜ਼ੂਰ ਨੇ ਆਪਣੀ ਅੰਮ੍ਰਿਤ ਰਸਨਾ ਤੋਂ ਜੋ ਬਿਆਨ ਕੀਤੇ ਨੇ, ਤਿਸ ਵਿੱਚ ਸਾਹਿਬ ਕਹਿੰਦੇ ਤੀਰਥ, ਤਪ, ਦਇਆ, ਦਤ, ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਤੀਰਥਾਂ ਦੀ ਯਾਤਰਾ ਹਿੰਦੂ ਧਰਮ ਦਾ ਇੱਕ ਪ੍ਰਸਿੱਧ ਸਿਧਾਂਤ ਸੀ। ਤੋ ਹਿੰਦੂ ਨੇ ਇਹ ਗੱਲ ਪ੍ਰਵਾਨੀ, ਤੀਰਥ ਯਾਤਰਾ ਦਾ ਹੋਣਾ ਬੜਾ ਲਾਜ਼ਮੀ ਹੈ। ਉਹਨੇ ਕਬੂਲ ਕੀਤਾ, ਉਹਨੇ ਪ੍ਰਵਾਨਿਆ, ਉਹਨਾਂ ਨੇ ਮੰਨਿਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਟਾਸ਼ ਕਰਦੇ ਨੇ ਔਰ ਸੰਸਾਰ ਨੂੰ ਹਕੀਕਤ ਤੋਂ ਜਾਣੂ ਕਰਾਉਣ ਦਾ ਯਤਨ ਕੀਤਾ, ਰੌਸ਼ਨੀ ਕੀਤੀ। ਸ਼ਾਇਦ ਕੋਈ ਅੰਧੇਰਾ ਹਿਰਦਾ ਰੋਸ਼ਨਾ ਗਿਆ ਤੇ ਜ਼ਿੰਦਗੀ ਦਾ ਮਕਸਦ ਸੰਪੂਰਨ ਹੋ ਜਾਏ। ਤੀਰਥਾਂ ਦੀ ਯਾਤਰਾ ਦਾ ਸਿਧਾਂਤ ਸੀ ਹਿੰਦੂ ਕਰਮ ਔਰ ਹਿੰਦੂ ਧਰਮ ਵਿੱਚ ਪ੍ਰਸਿੱਧ ਸੀ। ਤੋ ਸਾਹਿਬ ਨੇ ਪਹਿਲਾ ਬਚਨ ਕਿਹਾ ਤੀਰਥ, ਫਿਰ ਬਚਨ ਕਿਹਾ ਤਪ। ਤਪ ਸਾਧਨਾਵਾਂ ਕਰਨੀਆਂ, ਜਿਹਦਾ ਆਖਰੀ ਅਰਥ ਹੈ ਦਇਆ, ਜੀਵਾਂ ਉੱਤੇ ਤਰਸ ਕਰਨਾ। ਇਹ ਵੀ ਹਿੰਦੂ ਧਰਮ ਵਿੱਚ ਪ੍ਰਚਲਿਤ ਸੀ। ਇਸ ਨੂੰ ਜੈਨੀ ਨੇ ਵੀ ਬਹੁਤ ਪਕੜ ਨਾਲ ਲਿਆ, ਪਰ ਉਹਦੀ ਦਇਆ ਬਾਹਰੀ ਹੋ ਗਈ। ਗੁਰੂ ਨਾਨਕ ਸਾਹਿਬ ਨੇ ਬਾਹਰੀ ਦਇਆ ਦਾ ਬਹੁਤਾ ਜ਼ਿਕਰ ਨਹੀਂ ਕੀਤਾ। ਕੁਝ ਕੁਦਰਤ ਦੇ ਨਿਯਮ ਹੁੰਦੇ ਨੇ, ਉਹਨਾਂ ਨਿਯਮਾਂ ਵਿੱਚ ਮਨੁੱਖ ਨੂੰ ਵਿਚਰਨਾ ਜ਼ਰੂਰੀ ਹੈ, ਪਰ ਧਰਤੀ ਤੇ ਰਿੰਗਣ ਵਾਲੇ ਕੀੜੇ ਮਕੌੜੇ ਚੱਲਦਿਆਂ ਹੋਇਆਂ ਪੈਰਾਂ ਥੱਲੇ ਆ ਜਾਣ ਤੇ ਉਹਨਾਂ ਦੀ ਦਇਆ ਦਾ ਸਿਧਾਂਤ ਗੁਰਮਤਿ ਵਿੱਚ ਕੋਈ ਨਹੀਂ। ਜੈਨੀ ਨੇ ਦਇਆ ਦੀ ਗੱਲ ਕੀਤੀ ਹੈ, ਹਿੰਦੂ ਨੇ ਦਇਆ ਦੀ ਗੱਲ ਕੀਤੀ ਹੈ, ਤਾਂ ਗੁਰੂ ਨਾਨਕ ਸਾਹਿਬ ਨੇ ਵੀ ਕੀਤੀ ਹੈ। ਪਰ ਉਹ ਦਇਆ ਕਿਵੇਂ ਦੀ ਹੈ? ਤੁਸੀਂ ਬਚਨ ਪੜ੍ਹੋ ਅੰਮ੍ਰਿਤ ਬਾਣੀ ਵਿੱਚੋਂ, ਧੌਲ ਧਰਮ ਦਇਆ ਕਾ ਪੂਤ। ਭਾਵੇਂ ਦਇਆ ਮਾਂ ਦੀ ਕੁੱਖੋਂ ਧਰਮ ਪੁੱਤਰ ਦਾ ਜਨਮ ਹੁੰਦਾ, ਪਰ ਉਹ ਦਇਆ ਕਿਹੜੀ ਹੈ? ਬਸ ਸਮਝਣ ਦਾ ਫਰਕ ਸੀ। ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਦਇਆ ਦੀ ਗੱਲ ਕੀਤੀ ਹੈ, ਉਹ ਦਇਆ ਸ਼ਾਇਦ ਜੈਨੀ ਨੂੰ ਸਮਝ ਨਾ ਆਈ। ਉਹ ਦਇਆ ਦਾ ਜ਼ਿਕਰ ਕੀਤਾ ਹੈ, ਪਰ ਉਹ ਹਿੰਦੂ ਨੂੰ ਸਮਝ ਨਾ ਆਈ। ਉਹਨਾਂ ਨੇ ਆਪਣੇ ਢੰਗ ਨਾਲ ਉਹ ਦਇਆ ਦਾ ਖੁਲਾਸਾ ਕਰਨ ਲੱਗੇ। ਤੀਰਥ, ਤਪ, ਦਇਆ, ਦਤ, ਦਾਨ। ਦਤ ਦਾਨ ਦਾ ਅਰਥ ਕਰਾਂਗੇ ਦਿੱਤਾ ਹੋਇਆ ਦਾਨ। ਦਤ ਜਾਨੀ ਦਿੱਤਾ ਹੋਇਆ, ਦਾਨ ਜੋ ਮਨੁੱਖ ਆਪਣੇ ਹੱਥ ਨਾਲ ਦਾਨ ਦਿੰਦਾ ਹੈ, ਕਿਸੇ ਨੂੰ ਕਿਸੇ ਦੀ ਸੇਵਾ ਵਿੱਚ ਕੁਝ ਹਾਜ਼ਰ ਕਰਦਾ। ਤੁਸੀਂ ਥੋੜ੍ਹਾ ਜਿਹਾ ਪੁਰਾਤਨ ਝਾਤ ਮਾਰ ਕੇ ਵੇਖੋ, ਅੱਜ ਵੀ ਹੈ, ਪਰ ਪਹਿਲਾਂ ਇਸ ਗੱਲ 'ਤੇ ਬੜਾ ਜ਼ੋਰ ਹੁੰਦਾ ਸੀ ਕਿ ਜਦੋਂ ਕੋਈ ਬ੍ਰਾਹਮਣ ਕਿਸੇ ਹਿੰਦੂ ਸੱਜਣ ਦੇ ਘਰ ਭੋਜਨ ਛਕਣ ਵਾਸਤੇ ਜਾਂਦਾ ਸੀ ਨਾ, ਨਾਲੇ ਉਹਨੂੰ ਭੋਜਨ ਛਕਾਇਆ ਜਾਂਦਾ, ਨਾਲੇ ਪਦਾਰਥ ਭੇਟ ਹੁੰਦੇ, ਬਸਤਰ ਆਦਿਕ ਭੇਟ ਹੁੰਦੇ, ਉਹਦੀ ਲੋੜੀਂਦੀਆਂ ਚੀਜ਼ਾਂ ਭੇਟ ਕੀਤੀਆਂ ਜਾਂਦੀਆਂ, ਤੇ ਨਾਲ ਹੱਥ ਜੋੜ ਕੇ ਉਹ ਜਜ਼ਮਾਨ ਕਹਿੰਦਾ ਸੀ ਜੀ ਇਹ ਕਬੂਲ ਕਰਨੀਆਂ। ਇਹ ਗੱਲ ਕਹਿੰਦਾ ਸੀ ਨਾ ਨਾਲ।
ਵੀ ਇਹ ਕਬੂਲ ਕਰ ਲੈਣੀਆਂ, ਪ੍ਰਵਾਨ ਕਰਨੀਆਂ। ਹੁਣ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜਾ ਬਚਨ ਕਿਹਾ ਆਪਣੀ ਬਾਣੀ ਵਿੱਚ, ਹਜ਼ੂਰ ਕਹਿੰਦੇ ਨੇ ਠੀਕ ਹੈ, ਕੋਈ ਤੀਰਥ ਯਾਤਰਾ ਕਰ ਰਿਹਾ ਹੈ, ਕੋਈ ਦਇਆ ਕਰ ਰਿਹਾ ਹੈ, ਕੋਈ ਮਨੁੱਖ ਦਾਨ ਕਰ ਰਿਹਾ ਹੈ, ਪਰ ਇਹਨਾਂ ਦੇ ਨਾਲ ਬੰਦੇ ਨੂੰ ਬਹੁਤਾ ਆਤਮਿਕ ਲਾਭ ਨਹੀਂ ਹੋ ਰਿਹਾ। ਕਿਉਂਕਿ ਗੁਰੂ ਨਾਨਕ ਜਿੱਥੇ ਵੀ ਗੱਲ ਕਰਦੇ ਨੇ ਨਾ, ਸਭ ਤੋਂ ਪਹਿਲਾਂ ਅੰਦਰ ਦੀ ਗੱਲ ਕਰਦੇ ਨੇ। ਬਾਹਰੀ ਦ੍ਰਿਸ਼ਾਂਤ ਹੁੰਦੇ ਨੇ, ਬਾਹਰੀ ਸੇਵਾਵਾਂ ਹੁੰਦੀਆਂ ਨੇ, ਪਰ ਉਹਦੇ ਨਾਲ ਸਭ ਤੋਂ ਪਹਿਲਾਂ ਗੱਲ ਅੰਦਰ ਦੀ ਆਰੰਭੀ ਹੈ। ਕਿਉਂਕਿ ਇੱਥੇ ਕਿਹਾ ਸੀ ਵੀ ਪਹਿਲਾਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ। ਦਰਖਤ ਦੀ ਜੜ ਧਰਤੀ ਵਿੱਚ ਜਾਂਦੀ ਹੈ, ਫਿਰ ਉਹ ਪਨਪਦਾ ਹੈ, ਪੌਦਾ ਬਣਿਆ, ਦਰਖਤ ਬਣਿਆ, ਤੇ ਇੱਕ ਦਿਨ ਉਹਨੇ ਕਈ ਲੋਕਾਂ ਨੂੰ ਆਪਣੀ ਛਾਂ ਹੇਠਾਂ ਆਰਾਮ ਦੇਣ ਦੀ ਸਮਰੱਥਾ ਪੈਦਾ ਕਰ ਲਈ। ਤੋ ਪਾਤਸ਼ਾਹ ਕਹਿੰਦੇ ਨੇ ਜੇ ਕੋਈ ਮਨੁੱਖ ਇਹ ਕਰਮ ਕਰਦਾ ਹੈ, ਤੀਰਥ ਯਾਤਰਾ ਕਰਦਾ ਹੈ, ਜਾਂ ਉਹ ਦਇਆ ਕਰਦਾ ਹੈ, ਜਾਂ ਪੁੰਨ ਦਾਨ ਕਰਦਾ ਹੈ, ਤੇ ਨਾਲ ਪੰਕਤੀ ਵਿੱਚ ਕਹਿੰਦੇ ਜੇ ਕੋ ਪਾਵੈ ਤਿਲ ਕਾ ਮਾਨ। ਤਿਲ ਕਾ ਮਾਨ ਦਾ ਅਰਥ ਕੀ ਕਰਾਂਗੇ? ਉਹਨੂੰ ਤਿਲ ਮਾਤਰ ਜੇ ਇਹ ਕਰਮ ਕਰਨ ਨਾਲ ਮਾਣ ਮਿਲ ਵੀ ਜਾਏ। ਪਹਿਲੀ ਗੱਲ ਤਾਂ ਇਹ ਸਨਮਾਨ ਦੀਆਂ ਚੀਜ਼ਾਂ ਨਹੀਂ, ਪਰ ਐਸੇ ਕਰਮ ਕਰਨ ਵਾਲਿਆਂ ਦੇ ਅੰਦਰ ਇੱਕ ਭਾਵਨਾ ਹੈ ਕਿ ਮੈਂ ਤੀਰਥ ਯਾਤਰਾ ਤੋਂ ਆਇਆ ਤੇ ਲੋਕ ਮੇਰਾ ਸਨਮਾਨ ਕਰਨ। ਤੁਸੀਂ ਅਜੇ ਵੀ ਦੇਖੋਗੇ ਸਾਡੇ ਸਿੱਖਾਂ 'ਚ ਵੀ ਇਹ ਪ੍ਰਭਾਵ ਕਈ ਵਾਰ ਮੈਂ ਦੇਖਣਾ ਵੀ ਹਰਿਮੰਦਰ ਸਾਹਿਬ ਜਾ ਕੇ ਆਇਆ, ਉਹਦੇ ਅੱਗੇ ਝੁੱਕ ਕੇ ਕਹਿਣਗੇ ਅਸੀਸ ਦਿਓ, ਤੁਸੀਂ ਹਰਿਮੰਦਰ ਸਾਹਿਬ ਤੋਂ ਆਏ ਹੋ। ਉਹਦੇ ਅੰਦਰ ਇੱਕ ਖਿਆਲ ਹੈ, ਇੱਕ ਭਾਵਨਾ ਲੋਕਾਂ ਦੇ ਅੰਦਰ ਪਨਪਦੀ ਹੈ ਬਈ ਤੁਸੀਂ ਪਟਨਾ ਸਾਹਿਬ ਦੀ ਧਰਤੀ, ਗੁਰੂ ਪਾਤਸ਼ਾਹ ਦੀ ਪਾਵਨ ਧਰਤੀ ਤੋਂ ਦਰਸ਼ਨ ਕਰਕੇ ਆਏ ਹੋ, ਬਈ ਤੁਸੀਂ ਮਹਾਨ ਹੋ। ਤੋ ਜਦੋਂ ਕਿਸੇ ਨੂੰ ਅਸੀਂ ਤੀਰਥ ਯਾਤਰਾ ਜਾਂ ਧਰਮ ਸਥਾਨਾਂ ਤੇ ਗਏ ਬੰਦੇ ਨੂੰ ਅਸੀਂ ਚਾਰ ਸ਼ਬਦਾਂ ਨਾਲ ਸਨਮਾਨ ਦਿੰਦੇ ਹਾਂ, ਤੇ ਸੁਭਾਵਿਕ ਉਹਦੇ ਅੰਦਰ ਅਹੰਕਾਰ ਜਿਹੜਾ ਹੈ ਉਹ ਜਨਮ ਲੈਂਦਾ। ਹੁਣ ਬਹੁਤ ਸਾਰੇ ਲੋਕਾਂ ਨੇ ਵੇਖਿਆ ਕਿ ਹੇਮਕੁੰਟ ਨੂੰ ਰਵਾਨਾ ਹੁੰਦੇ ਨੇ, ਔਰ ਮੈਂ ਵੇਖਿਆ ਕਈ ਵਾਰ, ਇੱਕ ਵਾਰ ਮੈਂ ਵੀ ਗਿਆ ਕਰੀਬ 93 ਦੇ ਵਿੱਚ, ਤੇ 93 'ਚ ਜਦੋਂ ਹੇਮਕੁੰਟ ਗਏ, ਥਾਵਾਂ ਥਾਵਾਂ ਤੇ ਨਾ ਪੱਥਰਾਂ ਦੇ ਉੱਤੇ ਲਿਖਿਆ ਸੀ ਵੀ ਇਹ ਮੇਰੀ ਤੀਜੀ ਯਾਤਰਾ ਹੈ, ਇਹ ਮੇਰੀ ਚੌਥੀ ਯਾਤਰਾ ਹੈ। ਉਹਨੇ ਆਪਣਾ ਨਾਮ ਨਾਮ ਦਾ ਮੈਂਸ਼ਨ ਕੀਤਾ ਤੇ ਨਾਲ ਲਿਖਿਆ ਵੀ ਯਾਤਰਾ ਕਿਨਵੀਂ। ਖਿਆਲ ਆਉਂਦਾ ਸੀ ਮਨ ਵਿੱਚ ਪੜ੍ਹ ਕੇ ਕਿ ਬੰਦਾ ਯਾਤਰਾ ਤੇ ਜਾ ਰਿਹਾ ਹੈ, ਧਰਮ ਅਸਥਾਨ ਹੈ ਜਾਂ ਨਹੀਂ ਮੇਰਾ ਵਿਸ਼ਾ ਨਹੀਂ। ਮੇਰੀ ਸਿਰਫ ਇਹ ਬੇਨਤੀ ਹੈ ਕਿ ਬੰਦਾ ਧਰਮ ਅਸਥਾਨ ਸਮਝ ਕੇ ਗਿਆ, ਪਰ ਨਾਲ ਇੱਕ ਖਿਆਲ ਲੈ ਕੇ ਗਿਆ ਮੈਂ ਇੰਨੀ ਵਾਰ ਤੀਰਥ ਯਾਤਰਾ ਕੀਤੀ। ਉਹਨੇ ਅੰਦਰ ਕੀ ਪੈਦਾ ਕੀਤਾ? ਗੁਮਾਨ। ਤੋ ਜਦੋਂ ਮਨੁੱਖ ਦੇ ਧਰਮ ਕਰਮ ਕਰਨ ਨਾਲ ਅੰਦਰ ਗੁਮਾਨ ਪੈਦਾ ਹੋਵੇਗਾ ਤੇ ਸਤ ਜਾਣੋ ਸਾਡਾ ਕੀਤਾ ਹੋਇਆ ਕਰਮ ਜਿਹੜਾ ਹੈ ਉਹ ਸਾਰਥਿਕ ਨਹੀਂ, ਉਹ ਸਫਲਤਾ ਵੱਲ ਨਹੀਂ ਲੈ ਕੇ ਜਾਏਗਾ। ਸਾਡੀ ਪਹੁੰਚ ਗੁਰੂ ਵੱਲ ਨਹੀਂ ਹੋਵੇਗੀ, ਗੁਰਬਾਣੀ ਵੱਲ ਨਹੀਂ, ਰੱਬ ਵੱਲ ਨਹੀਂ ਹੋਵੇਗੀ, ਬਲਕਿ ਸਾਡੀ ਪਹੁੰਚ ਅਹੰਕਾਰ ਦੀ ਟੀਸੀ ਵੱਲ ਹੋਵੇਗੀ। ਔਰ ਇੱਕੋ ਖਿਆਲ ਮਨ ਵਿੱਚ ਵਾਰ-ਵਾਰ ਉਤਪੰਨ ਹੋਏਗਾ ਕਿ ਕੋਈ ਮਨੁੱਖ ਮੇਰੀ ਸਿਫਤ ਵਿੱਚ ਚਾਰ ਬੋਲ ਆਖੇ। ਤੁਸੀਂ ਆਸਾ ਕੀ ਵਾਰ 'ਚੋਂ ਹੁਣ ਬਚਨ ਪੜੋ ਜਾਂ ਦਇਆ ਦੀ ਗੱਲ ਪੜੋ। ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਦੋਂ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਹੁਣ ਉਹ ਕਿਹੜੀ ਜੀ ਦਇਆ ਪ੍ਰਵਾਨ ਹੈ? ਕਿਸ ਦਇਆ ਦਾ ਜ਼ਿਕਰ ਹੋਇਆ? ਉਹ ਦਇਆ ਨਹੀਂ ਜਿਹੜੀ ਜੈਨੀ ਕਰਦਾ ਕਿ ਆਪਣੇ ਕੇਸਾਂ ਦੇ ਵਿੱਚ ਉਹਦੇ ਜੂਆਂ ਤੱਕ ਪੈ ਜਾਣ ਤੇ ਉਹ ਕੇਸ ਨਾ ਧੋਏ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਪਵਿੱਤਰ ਬਾਣੀ ਵਿੱਚ ਉਹਦਾ ਜ਼ਿਕਰ ਕੀਤਾ। ਕਹਿਣ ਲੱਗੇ ਜੇ ਸਿਰ ਖੁੱਥੇ ਨਹਾਵਣ ਨਾਹੀ ਤਾਂ ਸੱਤ ਚੱਟੇ ਸਿਰ ਛਾਈ। ਜੇ ਇਹ ਸਿਰ ਖੁੱਥੇ ਜੈਨੀ ਇਸ਼ਨਾਨ ਨਹੀਂ ਕਰਦੇ ਤਾਂ ਇਹਨਾਂ ਦੇ ਸਿਰ ਵਿੱਚ 7 ਮੁੱਠਾਂ ਭਰ ਕੇ ਸਵਾਹ ਹੋਰ ਪਾ ਦਿਓ। ਭਾਵ ਕੀ ਸੀ? ਮਲੀਨ ਨਹੀਂ ਰਹਿਣਾ ਚਾਹੀਦਾ ਬੰਦੇ ਨੂੰ, ਆਪਣੇ ਤਨ ਦੀ ਸਾਫ਼ ਸਫਾਈ ਦਾ ਹੋਣਾ ਬੜਾ ਲਾਜ਼ਮੀ ਹੈ। ਹੁਣ ਇਦਾਂ ਦੀ ਦਇਆ ਸਿੱਖ ਕੋਲ ਨਹੀਂ। ਪਰ ਸਾਹਿਬ ਕਹਿੰਦੇ ਨੇ ਇਹੋ ਜਿਹੀਆਂ ਦਇਆ ਕਰਨ ਨਾਲ ਉਹਨਾਂ ਨੂੰ ਸਨਮਾਨ ਮਿਲਦਾ। ਤੁਸੀਂ ਕਦੇ ਜੈਨੀ ਜਿਹੜੇ ਧਰਮੀ ਨੇ ਉਹਨਾਂ ਨੂੰ ਦੇਖੋ, ਨੰਗੇ ਪੈਰੀਂ ਚੱਲਦੇ ਨੇ, ਹੱਥ ਵਿੱਚ ਸੂਤ ਦੇ ਝਾੜੂ ਫੜੇ ਨੇ, ਰਸਤੇ ਤੋਂ ਕੀੜੇ ਮਕੌੜੇ ਨੂੰ ਪਾਸੇ ਕਰਦੇ ਅੱਗੇ ਲੰਘਦੇ ਜਾਂਦੇ ਨੇ ਔਰ ਨੰਗੇ ਪੈਰੀਂ ਤੁਰਦੇ ਨੇ ਤਾਂ ਕਿ ਕੋਈ ਕੀੜਾ ਮਕੌੜਾ ਪੈਰਾਂ ਥੱਲੇ ਆ ਕੇ ਮਰ ਨਾ ਜਾਏ। ਹੁਣ ਪਾਤਸ਼ਾਹ ਕਹਿਣ ਲੱਗੇ ਉਹ ਭਲਿਓ
इस तरह की दया का सिद्धांत निरंकार दे घर नहीं, ये कुदरती किरिया है। तो कुदरती किरिया विच कोई पाप नहीं मन्निया जाता जो सहज सुभाए होवे। हुण जिहड़ा अन्न असीं खाने हैं, जे जिमींदार अपने खेतां दे विच जहर ना खिलारे तो ये अन्न साडे तक पहुँच नहीं सकना, भावें ये अजोग है। अज इहदा प्रचार हो रहा है भी जिमींदार अपनी खेती नूं जहर नाल नहीं, उन्होंने ऑर्गैनिक खेती के आधार पर पाले तो फिर वो स्वच्छ फसल साडे तक पुजे। पर उहदी मजबूरी है, ज़्यादा मुनाफा लैण दे लालच विच वो जहर खिलारदा है और करोड़ां जीवां नूं मार के साडे कोल जिहड़ियां सब्जियां जां साडे कोल फसलां आउंदियां ने वो करोड़ां जीवां दा घात करके आउंदियां ने, फिर ते असीं खाण वाले सारे पापी हो गए। सो पातशाह की कहना चाहुंदे ने, तीरथ तप दया दत दान जे को पावै तिल का मान, जे ये कर्म करन नाल तिल मात्र मान मिल भी जाए तो यदी रब की दरगाह दे विच कोई कीमत नहीं पैण वाली। हुण वेखो, चीन की धरती ते सम्राट एक राजा बोधि धर्म का उपासक सी और उन्हें बहुत सारिया बुद्ध दियां प्रतिमावां बनाईयां, मूर्तियां बनाईयां, करीब 10,000 जिहदा जिक्र किया है विद्वानां ने। 10,000 महात्मा बुद्ध दियां मूर्तियां थावें थावें तैयार करवाइयां उन्हें बहुत सारे उन्हें सरावां बना दित्तियां, उन्हें थावें थावें पानी का इंतजाम किया, लोड़वंदां की सेवा की, भिक्षुआं नूं दान दिता, बहुत कुछ करता रहा और लखां रुपये इस काम ते उन्हें खर्च किए। ते एक दिन कोई बोधी भिक्षु चीन की धरती ते पहुँच गया ते राजा चल के उहदे कोल आया, पुछदा है भी देखो मैं बहुत सारा पुण्य कर्म किया है, बड़ा दान करदा, बहुत सारिया बुद्ध दियां मूर्तियां बनाईयां ने, बोधी मंदिर बनाए ने, ते इहदा फल मैनू की प्राप्त होएगा। जिहड़ा बोधी भिक्षु सी वो कहन लगा इसका फल तेनू महानरक प्राप्त होवेगा। वो तरबक गया, कहन लगा की बोल रहे हैं होश च, मैं धर्म किया है, मैं पुण्य किया है, मैं दान किया है, मैं बुद्ध दियां मूर्तियां बनाईयां, बोधी मंदिर बनाए, सरावां बनाईयां, लोकां दे पानी पीण दा इंतजाम किया, तू कहना महानरक मिलेगा, की बोल रहे हैं। कहन लगा मंदिर बनाउण च गुनाह नहीं, मूर्तियां बनाउण दा गुनाह नहीं, पुण्य दान धर्म कर्म करन दा गुनाह नहीं, गुनाह ये है कि जिहड़ियां तू बनाईयां ने, तेरे नाल जिहड़ी मैं जुड़ गई है ना, कि ये सब सेवावां मैं कीतियां ने, वो कहन लगे इस मैं ने तेनू नरक की दिशा विच लै जाना। सो जदों बंदा पुण्य करदा है, दान करदा है, धर्म करदा है, ते ऐसा नहीं कि उहदे अंदर अहंकार उत्पन्न नहीं हुंदा। हर मनुख दे अंदर थोड़ा जिहा अहंकार पैदा हो ही जाता है, लेस मात्र। जे गुरु नानक साहिब कृपा कर देण तां धर्म कर्म कमाण वाले मनुख दे अंदर अहंकार जन्म ना लवे। गुरु की संगत ये लाजमी सी कर्म किया जाए, पर उहदे उत्ते अपने कर्म नूं छड्ड दिता जाए कि मालिक मैं कुछ भी नहीं किया। ताइयों कबीर साहब ने कहा सी, कबीर ना हम किया ना करेंगे, ना कर सके शरीर, असी कुछ किया नहीं ते ना असी कुछ करन जोगे हैं ते ना साडे शरीर विच समर्था है। कबीर ना हम किया ना करेंगे, ना कर सके शरीर, जो किश कियो सो हर कियो पैओ कबीर। कबीर हर पासे कबीर दा नाम है, कहंदे मैं कीता ते कुछ भी नहीं। सो जदों धर्म कमा के बंदे दे अंदर अहंकार जन्म लेगा, तुसी पढ़ो अमृत बाणी, तीर्थ जाओ तां हौं हौं करते, अहंकार विच मते होए आ पंडित भी साडे वर्गा कोई नहीं, असीं ते तीर्थां ते बैठे हैं, साडे पैर छूओ, साडी सेवा करो, सानू धर्म गुरु मनो, साडे अगे भेटावां रखो। कहन लगे नहीं कुछ मिलेगा। तीर्थ जाओ तां हौं हौं करते, पंडित पूछो तां माया राते। इन्हां दा मन माया दे विच रंगिया होया है, अंदर ते वाहिगुरु दे नाम दी लेस लगी हुई कोई नहीं। परमात्मा दे नाम दा चाव पैदा ही नहीं कदे होया, किथे जी रहे हैं। हजूर गुरु नानक साहब महाराज कहंदे ने, तीर्थ तप दया दत दान जे को पावै तिल का मान। फिर कहंदे सुनिया मन्निया मन कीता भाओ,
ਅੰਤਰਗਤ ਤੀਰਥ ਮਲ ਨਾਓ। ਸੁਣਿਆ, ਫਿਰ ਮੰਨਿਆ, ਫਿਰ ਉਹਦੇ ਨਾਲ ਪ੍ਰੇਮ ਕੀਤਾ। ਭਾਵ ਵਾਹਿਗੁਰੂ ਦੇ ਨਾਮ ਨੂੰ, ਪਿੱਛੇ ਆਪਾਂ 4 ਪੌੜੀਆਂ ਸੁਣਿਆ ਵਾਲੀਆਂ ਦੀ ਵਿਆਖਿਆ ਸੁਣ ਕੇ ਆਏ। ਸੁਣਨ ਵਾਲਿਆਂ ਦੀ ਅਵਸਥਾ ਕੀ ਹੈ, ਇਹ ਅਵਸਥਾ ਦਾ ਜ਼ਿਕਰ ਹੋ ਰਿਹਾ। ਜਦੋਂ ਅੰਤਰਗਤ ਤੀਰਥ ਦੀ ਗੱਲ ਆਏਗੀ ਤੇ ਗੱਲ ਅਵਸਥਾ ਦੀ ਹੋ ਰਹੀ ਹੈ। ਜਿਨ੍ਹਾਂ ਪੁਰਸ਼ਾਂ ਨੇ 4 ਪੌੜੀਆਂ ਸੁਣਿਆ ਵਾਲੀਆਂ ਆਪਣੇ ਜੀਵਨ 'ਚ ਲਾਗੂ ਕਰ ਲਈਆਂ, ਜਿਨ੍ਹਾਂ ਨੇ ਮੰਨਿਆ ਵਾਲੀਆਂ 4 ਪੌੜੀਆਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਤੇ ਜਿਨ੍ਹਾਂ ਨੇ 5 ਪ੍ਰਵਾਨ ਵਾਲੀ ਪੌੜੀ ਦੇ ਤਰ੍ਹਾਂ ਆਪਣਾ ਜੀਵਨ ਜਿਉਣਾ ਆਰੰਭ ਕਰ ਦਿੱਤਾ, ਜਿਹਨੂੰ ਆਖਿਆ ਸੀ 5 ਪ੍ਰਵਾਨ 5 ਪ੍ਰਧਾਨ ਪੰਚੇ ਪਾਵੇਂ। ਉਹ 5 ਕੌਣ ਨੇ? ਜਿਨ੍ਹਾਂ ਨੇ ਪਹਿਲੀਆਂ 4 ਪੌੜੀਆਂ ਸੁਣਿਆ ਵਾਲੀਆਂ ਤੇ 4 ਮੰਨਿਆ ਵਾਲੀਆਂ ਆਪਣੇ ਜੀਵਨ ਵਿੱਚ ਲਾਗੂ ਕਰ ਲਈਆਂ ਨੇ। ਉਹਨਾਂ ਤੇ ਜੀਵਨ ਆਪਣਾ ਜਿਉਣਾ ਆਰੰਭ ਕਰ ਦਿੱਤਾ ਹੈ। ਤੇ ਅੱਜ ਦੀ ਪੌੜੀ ਵਿੱਚ ਵੀ ਸਾਹਿਬ ਕਹਿੰਦੇ ਨੇ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਮੈਂ ਅੰਦਰ ਹਿਰਦੇ ਦੇ ਸਰੋਵਰ ਵਿੱਚ ਵਾਹਿਗੁਰੂ ਦੇ ਨਾਮ ਅੰਦਰ ਟੁੱਬੀਆਂ ਲਾਣਾ, ਤੇ ਇੱਥੇ ਮਲ ਮਲ ਕੇ ਆਪਣੇ ਮਨ ਦੀ ਮੈਲ ਧੋਣਾ। ਕਿਉਂ? ਕੱਲ ਆਪਾਂ ਪੜ੍ਹਿਆ ਸੀ ਨਾ, ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ, ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ। ਅੱਜ ਕਹਿੰਦੇ ਅੰਤਰਗਤ ਤੀਰਥ ਮਲ ਨਾਓ। ਮੈਂ ਆਪਣੇ ਅੰਦਰ ਹਿਰਦੇ ਦੇ ਸਰੋਵਰ ਵਿੱਚ ਇਸ਼ਨਾਨ ਪਿਆ ਕਰਦਾ, ਤੇ ਇੱਥੇ ਮਨ ਨੂੰ ਮਲ ਮਲ ਕੇ ਧੋਂਦਾ ਪਿਆ, ਤਾਂ ਕਿ ਮੇਰੇ ਮਨ ਦੀ ਮੈਲ ਸਾਰੀ ਨਿਕਲ ਕੇ ਦੂਰ ਚਲੀ ਜਾਏ। ਹੁਣ ਇਹ ਅੰਦਰ ਦਾ ਤੀਰਥ, ਇਹਦੇ ਤੇ ਇਸ਼ਨਾਨ ਲਾਜ਼ਮੀ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਅਨੇਕ ਪ੍ਰਮਾਣ ਨੇ ਜਦੋਂ ਗੱਲ ਅੰਦਰ ਦੀ ਆਏਗੀ। ਪਰ ਮਨੁੱਖ ਬਾਹਰੀ ਕਰਮਾਂ ਦੇ ਵਿੱਚ ਪ੍ਰਵਿਰਤ ਹੋ ਜਾਂਦਾ। ਇਸ਼ਨਾਨ ਕੀਤਾ, ਮੈਂ ਕਈਆਂ ਨੂੰ ਸੁਣਿਆ ਕਹਿੰਦਾ ਜੀ ਮੈਂ ਹੇਮਕੁੰਟ ਸਾਹਿਬ ਗਿਆ ਸੀ, ਮੈਂ 20 ਚੁੱਭੀਆਂ ਲਾਈਆਂ ਨੇ। ਹੇਮਕੁੰਟ ਸਾਹਿਬ ਗਿਆ, 20 ਚੁੱਭੀਆਂ ਲਾਈਆਂ ਠੰਡੇ ਪਾਣੀ 'ਚ। ਇੱਕ ਕਹਿੰਦਾ ਮੈਂ ਵਿੱਚ ਬਹਿ ਕੇ ਪੂਰਾ ਜਪਜੀ ਸਾਹਿਬ ਦਾ ਪਾਠ ਕੀਤਾ। ਤੇ ਬਾਬਰਿਆ ਫਿਰ ਕੀ ਹੋ ਗਿਆ? ਇਹ ਮਛਲੀਆਂ ਤੇ ਰੋਜ਼ ਕਰਦੀਆਂ ਨੇ, ਡੱਡੂ ਪਾਣੀ ਵਿੱਚ ਰੋਜ਼ ਕਰਦੇ ਨੇ। ਜੇ ਤੂੰ ਕਰ ਲਿਆ ਤੇ ਫਿਰ ਕੀ ਫਰਕ ਪੈ ਗਿਆ? ਅਗਰ ਪਾਣੀ ਅੰਦਰ ਬੈਠ ਕੇ ਹੀ ਪੁੰਨ ਦਾਨ ਧਰਮ ਕਰਮ ਸੀ, ਤੇ ਫਿਰ ਇਹ ਕਰਮ ਸਾਰਾ ਡੱਡੀਆਂ ਮੱਛੀਆਂ ਤੇ ਪਾਣੀ ਦੀਆਂ 42 ਲੱਖ ਜੋਨੀਆਂ ਜੋ ਪ੍ਰਚਲਿਤ ਨੇ ਉਹ ਸਭ ਕਰ ਰਹੀਆਂ ਨੇ। ਫਿਰ ਤੂੰ ਕੀ ਵਿਲੱਖਣ ਕੀਤਾ? ਤੇਰੇ 'ਚ ਖਾਸੀਅਤ ਕੀ ਹੈ? ਤੋ ਹਜ਼ੂਰ ਪਾਤਸ਼ਾਹ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਸਾਨੂੰ ਇਹ ਸਮਝਾਉਣ ਦਾ ਯਤਨ ਕੀਤਾ, ਅੰਤਰਗਤ ਤੀਰਥ ਮਲ ਨਾਓ। ਤੇ ਅਗਲੀਆਂ ਪੰਕਤੀਆਂ ਦਾ ਪਾਠ ਭਾਈ ਸਾਹਿਬ ਰਸਨਾ ਤੋਂ ਕਰੋ ਜੀ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨ ਹੋਏ। ਜਿੱਦਣ ਅੰਦਰ ਹਿਰਦੇ ਦਾ ਇਸ਼ਨਾਨ ਕਰ ਲਿਆ, ਜਿਹਨੂੰ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੀ ਰਸਨਾ ਤੋਂ ਤੁਸੀਂ ਪੜ੍ਹਦੇ ਹੋ, ਤੇ ਆਪ ਜੀ ਨੂੰ ਇਹ ਬਚਨ ਯਾਦ ਨੇ ਪਈ ਰਾਮਦਾਸ ਸਰੋਵਰ ਨਹਾਤੇ। ਹੁਣ ਉਹ ਕਿਹੜੇ ਸਰੋਵਰ ਹੈ? ਆ ਸਤਸੰਗ ਦਾ, ਜਿੱਥੇ ਤੁਸੀਂ ਬੈਠੇ ਚੁੱਭੀਆਂ ਲਾਉਂਦੇ ਹੋ, ਤਾਰੀਆਂ ਲਾਉਂਦੇ ਹੋ, ਜਿਸ ਵਿੱਚ ਜਦੋਂ ਬੰਦਾ ਘਰ ਦੀ ਚਿੰਤਾ ਭੁੱਲ ਜਾਏ, ਕੰਮ ਕਾਜ ਦਾ ਫਿਕਰ ਨਾ ਰਹੇ, ਤੇ ਧਰਮ ਸਥਾਨ ਤੇ ਆ ਕੇ ਕੇਵਲ ਸਤ ਤੇ ਸੱਚ ਨਾਲ ਜੁੜ ਜਾਏ, ਤੇ ਸਮਝ ਲੈਣਾ ਤੁਸੀਂ ਇਸ ਪਾਵਨ ਸਰੋਵਰ ਵਿੱਚ ਟੁੱਬੀਆਂ ਲਾ ਰਹੇ ਹੋ। ਇਹ ਹੈ ਤਾਰੀਆਂ ਲਾਉਣਾ। ਤੇ ਪਾਣੀ ਵਿੱਚ ਜਦੋਂ ਬੰਦਾ ਤੈਰਦਾ ਹੈ ਨਾ, ਉਹਦੇ ਚਿੰਤਾ ਫਿਕਰ ਝੋਰੇ ਉਹਦੇ ਨੇੜੇ ਨਹੀਂ ਆਉਂਦੇ। ਕਦੇ ਤੈਰ ਕੇ ਦੇਖ ਲੈਣਾ, ਜਿਹਨੇ ਸਵੀਮਿੰਗ ਪੂਲ ਵਿੱਚ ਕਦੇ ਇਸ਼ਨਾਨ ਕੀਤਾ ਹੋਵੇ, ਉਹ ਤੈਰਿਆ ਹੋਵੇ, ਉਹਨੂੰ ਫਿਕਰ ਝੋਰੇ ਚਿੰਤਾ ਉਹਦੇ ਨੇੜੇ ਨਹੀਂ ਆਉਂਦੀ ਜਦੋਂ ਤਾਰੀਆਂ ਲਾ ਰਿਹਾ ਹੋਵੇ। ਜਿੱਦਣ ਸਾਡਾ ਮਨ ਸਾਹਿਬ ਦੀ ਬਾਣੀ ਵਿੱਚ ਜੁੜਨਾ ਹੈ, ਤੇ ਸਮਝ ਲੈਣਾ ਉਦਣ ਇਸ ਸਰੋਵਰ ਵਿੱਚ ਅਸੀਂ ਤਾਰੀਆਂ ਲਾ ਰਹੇ ਹਾਂ, ਔਰ ਇੱਥੇ ਤਾਰੀਆਂ ਲਾਉਣ ਨਾਲ ਸਾਡੇ ਅੰਦਰ ਦੀ ਮੈਲ ਸਾਰੀ ਧੋਤੀ ਜਾਣੀ, ਉਹ ਨਹੀਂ ਰਹਿਣੀ। ਤੋ ਸਾਹਿਬ ਜੀ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਇਹ ਅਮੋਲਕ ਸ਼ਬਦ ਸਾਡੀ ਝੋਲੀ ਵਿੱਚ ਪਾਏ ਨੇ। ਪਾਤਸ਼ਾਹ ਆਖਣ ਲੱਗੇ, ਉਹ ਭਲਿਆ ਅੰਤਰਗਤ ਤੀਰਥ ਮਲ ਨਾਓ। ਫਿਰ ਕਹਿੰਦੇ ਸਭ ਗੁਣ ਤੇਰੇ ਮੈਂ ਨਾਹੀ ਕੋਏ। ਜੇ ਮੈਂ ਕੋਈ ਧਰਮ ਕਰਮ ਕੀਤਾ ਹੈ ਤੇ ਗੁਣ ਮੇਰਾ ਨਹੀਂ ਹੈ। ਇਹੀ ਅਵਸਥਾ ਸੀ ਨਾ ਪਹਿਲੇ ਬੰਦ ਵਿੱਚ। ਕਹਿੰਦੇ ਨੇ ਹੰਕਾਰ ਆ ਜਾਂਦਾ ਬੰਦੇ ਨੂੰ, ਥੋੜਾ ਬਹੁਤ ਮਾਣ ਮਿਲ ਗਿਆ, ਸਨਮਾਨ ਮਿਲ ਗਿਆ, ਆਦਰ ਮਿਲ ਗਿਆ, ਇੱਜ਼ਤ ਮਿਲ ਗਈ, ਅਹੰਕਾਰ ਪੈਦਾ ਹੋ ਗਿਆ। ਪਰ ਸਾਹਿਬ ਕਹਿੰਦੇ ਦਾਤਾ, ਜਦੋਂ ਮੰਨਿਆ ਵਾਲੀਆਂ ਤੇ ਸੁਣਿਆ ਵਾਲੀਆਂ ਪੌੜੀਆਂ
ਤੇ ਪੰਚ ਪ੍ਰਵਾਨ ਵਾਲੀ ਪੌੜੀ ਜੀਵਨ ਦਾ ਆਧਾਰ ਬਣ ਗਈ, ਉਦੋਂ ਕੀ ਹੋਏਗਾ? ਉਦੋਂ ਇਹ ਅਵਸਥਾ ਬਣੇਗੀ ਸਭ ਗੁਣ ਤੇਰੇ ਮੈਂ ਨਾਹੀ ਕੋਏ। ਉਦੋਂ ਤੇ ਕਹਿ ਦਿਆਂਗੇ ਹਮਰੇ ਅਵਗਣ ਬਹੁਤ ਬਹੁਤ ਹੈ, ਬਹੁ ਬਾਰ ਬਾਰ ਹਰ ਗਣਤ ਨ ਆਵੇ। ਤੂੰ ਗੁਣਵੰਤਾ ਹਰ ਹਰ ਦਇਆਲ, ਹਰ ਆਪੇ ਬਖਸ਼ ਲੈ ਹਰ ਭਾਵੈ। ਗੁਰੂ ਪਾਤਸ਼ਾਹ ਦੀ ਬਾਣੀ ਪੜੋ, ਜਿਸ ਵਿੱਚ ਸਾਹਿਬ ਕਹਿੰਦੇ ਨੇ ਤੁਮ ਚੰਦਨ ਹਮ ਅਰਿੰਡ ਬੋਪਰੇ, ਸੰਗ ਤੁਮਾਰੇ ਬਾਸਾ ਹੋਇਆ ਕਿ ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ। ਅੰਮ੍ਰਿਤ ਬਾਣੀ ਕਹਿੰਦੀ ਗੁਰੂ ਦਾ ਸੰਗ ਕਰਕੇ ਵੇਖ, ਤੇਰਾ ਹੰਕਾਰ ਟੁੱਟੇਗਾ। ਕਦੇ ਕਦੇ ਕਿਸੇ ਬੰਦੇ ਦਾ ਸੰਗ ਕਰੀਏ ਅੰਦਰ ਹੰਕਾਰ ਪੈਦਾ ਹੁੰਦਾ, ਆਪਣੇ ਗੁਨਾਹ ਕਰਕੇ ਜਾਂ ਕਿਸੇ ਦੇ ਵਡੱਪਣ ਕਰਕੇ। ਕੋਈ ਸੰਬੰਧੀ ਸਾਡਾ ਉੱਚੇ ਅਹੁਦੇ ਤੇ ਬਹਿ ਜਾਏ ਤਾਂ ਹੰਕਾਰ ਪੈਦਾ ਹੋ ਜਾਂਦਾ, ਮੈਨੂੰ ਕਿਹਦੀ ਪਰਵਾਹ ਹੈ, ਮੇਰਾ ਜਵਾਈ ਤਾਂ ਮੈਜਿਸਟ੍ਰੇਟ ਲੱਗਾ ਹੈ, ਮੈਂ ਕਿਹਦੀ ਪਰਵਾਹ ਕਰਦਾ। ਬੰਦੇ ਦੇ ਅੰਦਰ ਅਹੁਦਿਆਂ ਦਾ ਹੰਕਾਰ ਪੈਦਾ ਹੁੰਦਾ ਹੈ, ਪਰ ਜਿੱਦਣ ਤੇਰੇ ਅੰਦਰ ਸ਼ੁਭ ਗੁਣ ਪੈਦਾ ਹੋ ਗਏ ਉਦਣ ਤੂੰ ਆਖੇਂਗਾ ਦਾਤਾ ਮੇਰੀ ਕੋਈ ਸ਼ਕਤੀ ਨਹੀਂ, ਸਭ ਗੁਣ ਤੇਰੇ ਮੈਂ ਨਾਹੀ ਕੋਏ। ਪਰ ਇਹ ਰਹਿਮ ਵੀ ਤੇ ਤੁਸਾਂ ਕੀਤੀ ਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਇਹਦਾ ਅਰਥ ਕੀ ਹੈ? ਇਹਦਾ ਆਖਰੀ ਅਰਥ ਹੈ ਜੇ ਤੁਸੀਂ ਮੈਨੂੰ ਗੁਣ ਨਾ ਦਿੰਦੇ ਤਾਂ ਮੈਂ ਤੁਹਾਡੀ ਭਗਤੀ ਕਿਵੇਂ ਕਰ ਸਕਦਾ? ਇਹ ਵੀ ਤੁਹਾਡੀ ਬਖਸ਼ਿਸ਼ ਹੈ। ਪਿੱਛੇ ਆਪਾਂ ਜਪਜੀ ਸਾਹਿਬ ਦੇ ਆਰੰਭ ਵਿੱਚ ਜਦੋਂ ਤੀਜੀ ਪੌੜੀ ਪੜ੍ਹੀ ਸੀ ਤੇ ਉਹਦੇ ਵਿੱਚ ਸਾਹਿਬ ਨੇ ਆਖਿਆ ਸੀ ਨਾ, ਨਾਨਕ ਨਿਰਗੁਣ ਗੁਣ ਕਰੇ। ਨਿਰਗੁਣੇ ਬੰਦਿਆਂ ਨੂੰ ਹੇ ਨਾਨਕ ਉਹ ਅਕਾਲ ਪੁਰਖ ਪਰਮਾਤਮਾ ਗੁਣਵਾਨ ਬਣਾ ਦਿੰਦਾ। ਵਿਣ ਗੁਣ ਕੀਤੇ ਭਗਤ ਨਾ ਹੋਏ। ਇਸ ਪੰਕਤੀ ਦਾ ਅਰਥ ਤੇ ਪਹਿਲੋਂ ਪੜੀ ਪੌੜੀ ਵਿੱਚ ਪੰਕਤੀ ਦਾ ਇੱਕੋ ਹੀ ਅਰਥ ਹੈ, ਕੋਈ ਫਰਕ ਨਹੀਂ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਪਰ ਨਾਲ ਕਿਹਾ ਸੀ ਤੇਹਾ ਕੋਏ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵਰਗਾ ਕੋਈ ਨਹੀਂ, ਉਹਦੀ ਤੁਲਨਾ ਵਿੱਚ ਕਿਸੇ ਨੂੰ ਨਹੀਂ ਖਿਲਾਰਿਆ ਜਾ ਸਕਦਾ, ਕਿਉਂਕਿ ਉਹਨੂੰ ਗੁਣ ਦੇਣ ਵਾਲਾ ਕੋਈ ਨਹੀਂ। ਅਸਲ ਵਿੱਚ ਸਾਰੀ ਦੁਨੀਆ ਦੀ ਝੋਲੀ ਵਿੱਚ ਗੁਣ ਪਾਉਂਦਾ ਤੇ ਇੱਕੋ ਨਿਰੰਕਾਰ ਪਾਉਂਦਾ। ਵਿਣ ਗੁਣ ਕੀਤੇ ਭਗਤ ਨਾ ਹੋਏ। ਅਗਲੀਆਂ ਪੰਕਤੀਆਂ ਨੂੰ ਦੁਹਰਾਓ ਜੀ। ਸਵਸਤ ਆਤ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ। ਸਵਸਤ ਦਾ ਕੀ ਅਰਥ ਹੈ? ਇਸ ਦਾ ਅਖਰੀ ਅਰਥ ਵਾਚਣਾ ਹੋਵੇ ਤੇ ਜ਼ਰਾ ਕੁ ਮਨ ਦਾ ਟਿਕਾਊ ਬਣਾਉਣਾ ਪੈਣਾ। ਸਵਸਤ ਦਾ ਅਰਥ ਹੈ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੇਰੀ ਜੈ ਹੋਵੇ, ਤੇਰੀ ਹਮੇਸ਼ਾ ਜੈ ਹੋਵੇ। ਸਵਸਤ ਤੇਰੀ ਜੈ ਹੋਵੇ। 7 ਸ਼ਬਦ ਅਲੱਗ ਕਰਕੇ ਸੰਧੀ ਛੇਦ ਪੜ੍ਹ ਕੇ ਕਰਕੇ ਪੜੋਗੇ ਨਾ ਤੇ ਇਹ ਉਚਾਰਨ ਕਰਾਂਗੇ ਸਵਸਥ। ਸਵਸਥ ਦਾ ਅਰਥ ਕੀ ਹੁੰਦਾ? ਤੰਦਰੁਸਤੀ। ਜਦੋਂ ਬੰਦਾ ਸਵਸਥ ਹੈ, ਤੰਦਰੁਸਤ ਹੈ। ਕਦੇ ਕਦੇ ਤੁਸੀਂ ਵੇਖੋ ਕੋਈ ਭਿਖਾਰੀ ਤੁਹਾਡੇ ਦਰਵਾਜ਼ੇ ਤੇ ਆਉਂਦਾ ਹੈ, ਗੱਲ ਸਮਝਣ ਲਈ ਬੇਨਤੀ ਕਰ ਰਿਹਾ, ਤੇ ਉਹ ਭਿਖਾਰੀ ਆ ਕੇ ਤੁਹਾਡੇ ਦਰਵਾਜ਼ੇ ਤੇ ਕਈ ਅਸੀਸਾਂ ਦਿੰਦਾ। ਉਹ ਅਸੀਸਾਂ ਇਦਾਂ ਦੀਆਂ ਦਿੰਦਾ ਤੁਹਾਡੀ ਉਮਰਾਂ ਲੰਬੀ ਹੋਵੇ, ਤੁਹਾਡਾ ਕਾਰੋਬਾਰ ਵਧੇ, ਤੁਹਾਡੇ ਧੀਆਂ ਪੁੱਤਰ ਖੁਸ਼ ਰਹਿਣ, ਧੀਆਂ ਪੁੱਤਰਾਂ ਦੀ ਉਮਰ ਲੰਬੇਰੀ ਹੋਵੇ, ਇਦਾਂ ਦੀਆਂ ਕਈ ਅਸੀਸਾਂ ਦਿੰਦਾ। ਇੱਕ ਭਿਖਾਰੀ ਇੱਕ ਧਨਵਾਨ ਬੰਦੇ ਨੂੰ ਅਸੀਸਾਂ ਦੇ ਰਿਹਾ। ਇਸ ਤਰ੍ਹਾਂ ਦੇ ਸ਼ਬਦ ਇਸ ਪੌੜੀ ਵਿੱਚ ਸਾਹਿਬ ਨੇ ਵਰਤੇ ਨੇ, ਸਵਸਤ ਆਤ। ਹੁਣ ਅਸੀਂ ਰੱਬ ਦੀ ਜੈ ਜੈਕਾਰ ਕਰਾਉਣ ਜੋਗੇ ਅਸੀਂ ਕੌਣ ਆ? ਪਰ ਇੱਕ ਭਿਖਾਰੀ ਜਿਵੇਂ ਕਿਸੇ ਦਾਤੇ ਦੇ ਦਰਵਾਜ਼ੇ ਤੇ ਖਲੋ ਕੇ ਉਹਦੇ ਲਈ ਆਪਣੇ ਮੁਖੋਂ ਦੁਆਵਾਂ ਕਰਦਾ ਹੈ, ਅਸੀਂ ਵੀ ਦੁਆ ਕਰਦੇ ਵਾਹਿਗੁਰੂ ਤੂੰ ਸਾਰੀ ਦੁਨੀਆ ਨੂੰ ਗੁਣ ਬਖਸ਼ ਰਿਹਾ ਹੈ, ਤੇਰੇ ਬਖਸ਼ੇ ਗੁਣਾਂ ਤੋਂ ਬਿਨਾਂ ਤੇਰੀ ਭਗਤੀ ਹੋ ਨਹੀਂ ਸਕਦੀ, ਇਸ ਲਈ ਤੇਰੀ ਸਦਾ ਜੈ ਜੈਕਾਰ ਹੋਵੇ। ਸਵਸਤ ਫਿਰ ਕਹਿੰਦੇ ਆਥ। ਆਥ ਦਾ ਅਖਰੀ ਅਰਥ ਹੈ ਮਾਇਆ, ਦੌਲਤ। ਸਵਸਤ ਆਥ ਬਾਣੀ। ਬਾਣੀ ਦਾ ਅਰਥ ਹੈ ਬਚਨ ਬੋਲ। ਬਰਮਾਓ ਦਾ ਅਰਥ ਹੈ ਬ੍ਰਹਮਾ। ਹੁਣ ਇੱਕ ਮਨੌਤ ਦੇ ਆਧਾਰ ਤੇ ਜਦੋਂ ਅੱਗੇ ਆਪਾਂ ਜਾਵਾਂਗੇ ਤੇ ਆਪਾਂ ਪੰਕਤੀਆਂ ਪੜਾਂਗੇ ਵੀ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਕਿਉਂਕਿ ਸਾਰੇ ਜਪਜੀ ਸਾਹਿਬ ਦੇ ਅਰਥ ਕਰਨੇ ਨੇ, ਤੁਹਾਨੂੰ ਪਿਛਲੀਆਂ ਅਗਲੀਆਂ ਪੌੜੀਆਂ ਨੂੰ ਮਿਲਾ ਮਿਲਾ ਕੇ ਪੜ੍ਹਨਾ ਪਏਗਾ।
ਤਾਂ ਤੁਹਾਨੂੰ ਗੁਰਬਾਣੀ ਦਾ ਅਸਲ ਜਿਹੜਾ ਸਿਧਾਂਤ ਹੈ ਉਹ ਸਮਝ ਆਏਗਾ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਹਿੰਦੂ ਧਰਮ ਵਿੱਚ ਇਹ ਮਨੌਤ ਸੀ ਕਿ ਰੋਜ਼ੀ ਦੇਣ ਵਾਲਾ ਕੋਈ ਹੋਰ ਹੈ, ਜੀਵਨ ਦੇਣ ਵਾਲਾ ਕੋਈ ਹੋਰ ਹੈ ਤੇ ਮਾਰਨ ਵਾਲਾ ਕੋਈ ਹੋਰ ਹੈ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ, ਕਰੀਏ ਗੁਰ ਵਿਚਾਰ, ਨਾਨਕ ਬੇ